ਵੀਡੀਓ ਦੇਖ ਰਹੇ ਸਾਰੇ ਸਾਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦਾ ਜੋ ਅਸੀਂ ਟੌਪਿਕ ਡਿਸਕਸ ਕਰਨਾ ਹੈ ਉਹ ਹੈ ਅਬਾਊਟ ਐਕਚੁਅਲ ਵੇਪਰ ਕੰਪਰੈਸ਼ਨ ਰੈਫ੍ਰਿਜਰੇਸ਼ਨ ਸਿਸਟਮ। ਕਿ ਐਕਚੁਅਲ ਵੇਪਰ ਕੰਪਰੈਸ਼ਨ ਰੈਫ੍ਰਿਜਰੇਸ਼ਨ ਸਿਸਟਮ ਕੀ ਹੁੰਦਾ ਹੈ। ਜਿਵੇਂ ਕਿ ਅਸੀਂ ਹੁਣ ਤੱਕ ਜਿੰਨੇ ਵੀ ਸਾਈਕਲਸ ਸਟੱਡੀ ਕੀਤੇ ਨੇ, ਜਿੰਨੇ ਵੀ ਅਸੀਂ ਟੈਂਪਰੇਚਰ, ਐਂਟਰੋਪੀ ਚਾਰਟ, ਪ੍ਰੈਸ਼ਰ ਐਂਥੈਲਪੀ ਚਾਰਟ ਪਲਾਟ ਕੀਤੇ ਨੇ, ਸਾਰੇ ਦੇ ਸਾਰੇ ਥਿਓਰਟੀਕਲ ਚਾਰਟ ਸੀਗੇ, ਥਿਓਰਟੀਕਲ ਸਾਈਕਲ ਸੀ। ਬਟ ਅੱਜ ਅਸੀਂ ਡਿਸਕਸ ਕਰਾਂਗੇ ਕਿ ਜੋ ਐਕਚੁਅਲ ਦੇ ਵਿੱਚ ਵਰਕਿੰਗ ਹੁੰਦੀ ਹੈ ਵੇਪਰ ਕੰਪਰੈਸ਼ਨ ਰੈਫ੍ਰਿਜਰੇਸ਼ਨ ਸਿਸਟਮ ਦੀ, ਉਹਦੇ ਵਿੱਚ ਤੇ ਥਿਓਰਟੀਕਲ ਸਿਸਟਮ ਦੇ ਵਿੱਚ ਕੀ ਫਰਕ ਹੈ, ਕੀ ਅੰਤਰ ਹੈ, ਇਹ ਉਹਦੇ ਨਾਲੋਂ ਕਿਵੇਂ ਡਿਫਰੈਂਟ ਹੁੰਦਾ ਹੈ। ਸਾਹਮਣੇ ਸਕਰੀਨ ਤੇ ਤੁਸੀਂ ਦੇਖ ਪਾ ਰਹੇ ਹੋ, ਸਾਡੇ ਕੋਲ ਇੱਕ ਚਾਰਟ ਨਜ਼ਰ ਆ ਰਿਹਾ, ਇੱਕ ਗ੍ਰਾਫ ਨਜ਼ਰ ਆ ਰਿਹਾ ਜੋ ਕਿ ਅਸੀਂ ਪਲਾਟ ਕੀਤਾ ਹੈ ਟੈਂਪਰੇਚਰ ਤੇ ਐਂਟਰੋਪੀ ਦੇ ਇਨ ਬਿਟਵੀਨ, T ਐਂਡ S ਦੇ ਇਨ ਬਿਟਵੀਨ। ਔਰ ਸਾਨੂੰ ਪਤਾ ਹੈ ਕਿ ਜਦੋਂ ਅਸੀਂ ਟੈਂਪਰੇਚਰ ਐਂਟਰੋਪੀ ਚਾਰਟ ਪਲਾਟ ਕਰਦੇ ਹਾਂ ਤਾਂ ਇਨ ਬਿਟਵੀਨ ਇਹਦੇ ਸਾਡੇ ਕੋਲ ਜੋ ਡੋਮ ਡਾਇਗਰਾਮ ਬਣਦਾ ਉਹ ਕੁਝ ਇਸ ਤਰੀਕੇ ਦੇ ਨਾਲ ਜੋ ਤੁਹਾਨੂੰ ਸਾਹਮਣੇ ਨਜ਼ਰ ਆ ਰਿਹਾ, ਕੋ ਬੈਲ ਸ਼ੇਪ ਸਾਡੇ ਕੋਲ ਨਜ਼ਰ ਆ ਰਹੀ ਹੈ। ਇਸ ਬੈਲ ਸ਼ੇਪ ਦੇ ਉੱਤੇ ਸਭ ਤੋਂ ਉੱਪਰ ਅਸੀਂ ਜਾਣਦੇ ਹਾਂ ਕਿ ਸਾਡੇ ਕੋਲ ਕ੍ਰਿਟੀਕਲ ਪੁਆਇੰਟ ਹੁੰਦਾ ਹੈ, ਜਿਸ ਦੇ ਕੋਰਸਪੋਂਡਿੰਗ ਸਾਡੇ ਕੋਲ ਕੁਝ ਕ੍ਰਿਟੀਕਲ ਵੈਲਿਊਜ਼ ਆਉਂਦੀਆਂ ਨੇ, ਕ੍ਰਿਟੀਕਲ ਪ੍ਰੈਸ਼ਰ ਐਂਡ ਕ੍ਰਿਟੀਕਲ ਟੈਂਪਰੇਚਰ। ਇਸ ਲਾਈਨ ਤੋਂ ਸਾਡੇ ਕੋਲ ਲੈਫਟ ਹੈਂਡ ਸਾਈਡ ਤੇ ਜੋ ਰੀਜਨ ਹੈ ਸਾਡਾ ਲਿਕੁਇਡਸ ਲਾਈਨ ਦਾ ਰੀਜਨ ਹੁੰਦਾ ਹੈ, ਇਸ ਲਾਈਨ ਨੂੰ ਅਸੀਂ ਲਿਕੁਇਡਸ ਲਾਈਨ ਕਹਿੰਦੇ ਹਾਂ। ਰਾਈਟ ਸਾਈਡ ਤੇ ਜੋ ਲਾਈਨ ਸਾਡੇ ਕੋਲ ਬਣਦੀ ਹੈ ਉਸ ਨੂੰ ਅਸੀਂ ਡਰਾਈ ਸੈਚੂਰੇਟਡ ਲਾਈਨ ਕਹਿੰਦੇ ਹਾਂ। ਔਰ ਇਸ ਲਾਈਨ ਦੇ ਉੱਤੇ x ਦੀ ਵੈਲਿਊ, ਡਰਾਈਨੈਸ ਫ੍ਰੈਕਸ਼ਨ ਦੀ ਵੈਲਿਊ ਸਾਡੇ ਕੋਲ ਹਮੇਸ਼ਾ ਹੀ 1 ਹੁੰਦੀ ਹੈ। ਔਰ ਲਿਕੁਇਡਸ ਲਾਈਨ ਦੇ ਉੱਤੇ ਡਰਾਈਨੈਸ ਫ੍ਰੈਕਸ਼ਨ ਦੀ ਵੈਲਿਊ ਹਮੇਸ਼ਾ ਹੀ 0 ਕਾਊਂਟ ਹੁੰਦੀ ਹੈ। ਇਹ ਵੀ ਚੀਜ਼ ਅਸੀਂ ਜਾਣਦੇ ਹਾਂ। ਹੁਣ ਇਸ ਚੀਜ਼ ਨੂੰ ਚੰਗੀ ਤਰ੍ਹਾਂ ਸਮਝਣ ਦੇ ਲਈ ਅਸੀਂ ਕੋਈ ਵੀ ਪ੍ਰੋਸੈਸ ਚੂਜ਼ ਕਰ ਲਈਏ। ਪ੍ਰੋਸੈਸ ਦਾ ਮਤਲਬ ਕਿ ਜਦੋਂ ਅਸੀਂ ਜਿਵੇਂ ਪਿਛਲੇ ਕੁਝ ਵੀਡੀਓਜ਼ ਦੇ ਵਿੱਚ ਡਿਸਕਸ ਕੀਤਾ ਕਿ ਜਦੋਂ ਵੇਪਰਸ ਦੀ ਕੰਡੀਸ਼ਨ ਬਿਫੋਰ ਐਂਡ ਆਫਟਰ ਕੰਪਰੈਸ਼ਨ ਕੁਝ ਅਲੱਗ-ਅਲੱਗ ਅਸੀਂ ਕਾਊਂਟ ਕੀਤੀ, ਜਿਹਦੇ ਵਿੱਚ ਅਸੀਂ ਇਹ ਗੱਲ ਕੀਤੀ ਕਿ ਬਿਫੋਰ ਕੰਪਰੈਸ਼ਨ ਸਾਡੇ ਕੋਲ ਸੁਪਰ ਹੀਟਡ ਫਾਰਮ ਦੇ ਵਿੱਚ ਵੇਪਰ ਹੋ ਸਕਦੇ ਨੇ, ਆਫਟਰ ਕੰਪਰੈਸ਼ਨ ਸਾਡੇ ਕੋਲ ਸੁਪਰ ਹੀਟਡ ਫਾਰਮ ਹੋ ਸਕਦੀ ਹੈ, ਵੈਟ ਫਾਰਮ ਹੋ ਸਕਦੀ ਹੈ, ਡਰਾਈ ਐਂਡ ਸੈਚੂਰੇਟਡ ਫਾਰਮ ਹੋ ਸਕਦੀ ਹੈ। ਤਾਂ ਇਹਦੇ ਵਿੱਚੋਂ ਇਨੀਸ਼ੀਅਲੀ ਅਸੀਂ ਮੰਨ ਕੇ ਚੱਲੇ ਹਾਂ ਕਿ ਇਸ ਡਾਇਗਰਾਮ ਦੇ ਵਿੱਚ ਸਾਡੇ ਕੋਲ ਜੋ ਕੰਡੀਸ਼ਨਸ ਅਸੀਂ ਲਈਆਂ ਨੇ ਉਹ ਸਾਡੇ ਕੋਲ ਦੋਨੋਂ ਦੀਆਂ ਦੋਨੋਂ ਹੀ ਸੁਪਰ ਹੀਟਡ ਕੰਡੀਸ਼ਨਸ ਨੇ। ਮਤਲਬ ਕਿ ਬਿਫੋਰ ਐਂਡ ਆਫਟਰ ਕੰਪਰੈਸ਼ਨ ਸਾਡੇ ਕੋਲ ਜੋ ਕੰਡੀਸ਼ਨਸ ਨੇ ਵੇਪਰਸ ਦੀਆਂ ਉਹ ਸੁਪਰ ਹੀਟਡ ਫਾਰਮ ਦੇ ਵਿੱਚ ਹੈ। ਜਿਵੇਂ ਕਿ ਤੁਸੀਂ ਇੱਥੇ ਸਾਹਮਣੇ ਦੇਖ ਪਾ ਰਹੇ ਹੋ, ਸਾਡੇ ਕੋਲ ਇਸ ਡਾਇਗਰਾਮ ਦੇ ਵਿੱਚ ਮੈਂ ਇੱਥੇ ਪੈਨਸਲ ਦੇ ਨਾਲ ਪਲਾਟ ਕੀਤਾ ਕਿ ਜੋ 3-2-3 ਦਾ ਜੋ ਪ੍ਰੋਸੈਸ ਹੈ, ਇਸ ਨੂੰ ਅਸੀਂ ਕੰਪਰੈਸ਼ਨ ਦਾ ਪ੍ਰੋਸੈਸ ਥਿਓਰਟੀਕਲੀ ਹੁਣ ਤੱਕ ਪੜ੍ਹਿਆ ਕਿ ਇਹ ਪ੍ਰੋਸੈਸ ਸਾਡਾ ਕਿਹੜਾ ਹੁੰਦਾ ਜੀ, ਆਈਸੈਂਟ੍ਰੋਪਿਕ ਪ੍ਰੋਸੈਸ, ਜਿਹਨੂੰ ਅਸੀਂ ਰਿਵਰਸੀਬਲ ਐਡਿਆਬੈਟਿਕ ਵੀ ਮੰਨਦੇ ਹਾਂ। ਇਹ ਹੁਣ ਤੱਕ ਅਸੀਂ ਪੜ੍ਹਿਆ। ਬਟ ਐਕਚੁਅਲ ਦੇ ਵਿੱਚ ਕੀ ਇਹ ਇਸੇ ਤਰ੍ਹਾਂ ਹੀ ਪ੍ਰੋਸੈਸ ਹੁੰਦਾ? ਔਰ ਇਸ ਤੋਂ ਇਲਾਵਾ ਜਿਹੜੇ ਹੁਣ ਤੱਕ ਜੋ ਅਸੀਂ ਗ੍ਰਾਫ ਪਲਾਟ ਕੀਤਾ ਉਹਦੇ ਵਿੱਚ ਗੱਲ ਕੀਤੀ ਸੀ ਕਿ ਹਮੇਸ਼ਾ ਹੀ ਗ੍ਰਾਫ ਸਾਡੇ ਕੋਲ 2 ਪ੍ਰੈਸ਼ਰ ਲਾਈਨਸ ਦੇ ਇਨ ਬਿਟਵੀਨ ਹੀ ਪਲਾਟ ਹੁੰਦਾ। ਜਿਵੇਂ ਕਿ ਇੱਥੇ ਹੁਣ ਗੱਲ ਕੀਤੀ ਜਾਵੇ 1, 1 2 3, ਇੱਥੋਂ ਹੀ ਸਿੱਧਾ ਆਪਣੇ ਕੋਲ 3 ਤੇ ਚਲਾ ਗਿਆ, 3 ਤੋਂ ਵਾਪਸ 9 ਤੇ ਆ ਗਿਆ, 9 ਤੋਂ 10 ਤੇ ਫਿਰ ਆਪਣੇ ਕੋਲ ਕੁਝ ਸਬ ਕੂਲਿੰਗ ਦਾ ਰੀਜ਼ਨ ਆ ਗਿਆ। ਉਸ ਤੋਂ ਬਾਅਦ ਇਸੇ ਤਰ੍ਹਾਂ ਹੀ ਪ੍ਰੋਸੈਸ ਸਾਡਾ ਚੱਲੀ ਜਾ ਰਿਹਾ। ਬਟ ਕੀ ਐਕਚੁਅਲ ਦੇ ਵਿੱਚ ਇਸੇ ਤਰੀਕੇ ਦੇ ਨਾਲ ਹੁੰਦਾ? ਨਹੀਂ ਜੀ। ਐਕਚੁਅਲ ਦੇ ਵਿੱਚ ਸਾਡੇ ਕੋਲ ਕੀ ਹੈ ਕਿ ਜਦੋਂ ਵੀ ਸਾਡਾ ਗ੍ਰਾਫ ਪਲਾਟ ਹੁੰਦਾ ਤਾਂ ਗ੍ਰਾਫ ਹਮੇਸ਼ਾ ਹੀ ਕੁਝ ਟੈਂਪਰੇਚਰ, ਕੁਝ ਪ੍ਰੈਸ਼ਰ ਵੇਰੀ ਕਰਦਾ, ਕਿ ਉਹਦੇ ਵਿੱਚ ਕੁਝ ਫ੍ਰਿਕਸ਼ਨਲ ਲਾਸਿਸ ਹੁੰਦੇ ਨੇ, ਕੁਝ ਹੋਰ ਤਰ੍ਹਾਂ ਦੇ ਲਾਸਿਸ ਹੁੰਦੇ ਨੇ। ਉਹਨਾਂ ਲਾਸਿਸ ਦੇ ਕਰਕੇ ਕੁਝ ਨਾ ਕੁਝ ਪ੍ਰੈਸ਼ਰ ਜੋ ਹੈ ਘਟ ਜਾਂਦਾ ਹੈ। ਸੋ ਇੱਥੇ ਜੋ ਅਸੀਂ ਗ੍ਰਾਫ ਪਲਾਟ ਕੀਤਾ ਉਹ ਇਨ ਬਿਟਵੀਨ 4 ਪ੍ਰੈਸ਼ਰ ਲਿਮਿਟਸ ਨੇ। ਹੁਣ 4 ਪ੍ਰੈਸ਼ਰ ਲਿਮਿਟਸ ਕਿਵੇਂ ਕਹਿ ਰਹੇ ਹਾਂ? 2 ਪ੍ਰੈਸ਼ਰ ਲਿਮਿਟਸ ਮੈਂ ਨੀਚੇ ਲਈਆਂ ਨੇ ਔਰ 2 ਪ੍ਰੈਸ਼ਰ ਲਿਮਿਟਸ ਮੈਂ ਉੱਪਰ ਲਈਆਂ ਨੇ, ਅਲੱਗ-ਅਲੱਗ ਪ੍ਰੈਸ਼ਰਸ ਦੇ ਉੱਤੇ। ਹੁਣ ਇੱਥੇ ਅਸੀਂ ਦੇਖਦੇ ਹਾਂ ਕਿ ਜੋ ਸਾਡੀਆਂ ਪ੍ਰੈਸ਼ਰ ਲਾਈਨਸ ਨੇ, ਨੀਚੇ ਮੈਂ ਇੱਕ ਪ੍ਰੈਸ਼ਰ ਲਾਈਨ ਲੈ ਕੇ ਚੱਲੇ ਹਾਂ ਜਿਹਦੇ ਤੇ ਮੈਂ ਕੁਝ ਇੱਥੇ 4.5 ਪੁਆਇੰਟ ਨੋਟ ਕੀਤਾ, ਔਰ ਇਸ ਤੋਂ ਉੱਪਰ ਮੇਰੇ ਕੋਲ 2 ਪੁਆਇੰਟ ਤੇ 3 ਪੁਆਇੰਟ ਨੂੰ ਰਿਪਰੈਜ਼ੈਂਟ ਕਰ ਰਹੀ ਹੈ। ਹੁਣ ਇਹਨਾਂ ਪ੍ਰੈਸ਼ਰ ਲਿਮਿਟਸ ਨੂੰ ਅਸੀਂ ਕਿਵੇਂ ਕਹਿੰਦੇ ਹਾਂ? ਇਨੀਸ਼ੀਅਲੀ ਜਿਵੇਂ ਅਸੀਂ ਦੇਖਦੇ ਹਾਂ ਕਿ ਜਦੋਂ ਇਵੈਪੋਰੇਟਰ ਤੋਂ ਆਊਟ ਹੁੰਦਾ ਹੀ ਸਾਡਾ ਜੋ ਰੈਫ੍ਰਿਜਰੈਂਟ ਹੈ ਉਹ ਸਕਸ਼ਨ ਲਾਈਨ ਦੇ ਥਰੂ ਕੰਪਰੈਸਰ ਦੇ ਅੰਦਰ ਐਂਟਰ ਕਰਦਾ, ਤਾਂ ਉਸ ਜਗ੍ਹਾ ਤੇ ਸਾਡੇ ਕੋਲ ਜੋ ਪ੍ਰੈਸ਼ਰ ਹੈ ਕੁਝ ਪ੍ਰੈਸ਼ਰ ਡ੍ਰੌਪ ਆਉਂਦਾ, ਉੱਥੇ ਪ੍ਰੈਸ਼ਰ ਕੁਝ ਡਾਊਨ ਹੋ ਜਾਂਦਾ। ਜਿਵੇਂ ਹੀ ਇਵੈਪੋਰੇਟਰ ਤੋਂ ਬਾਅਦ ਆਇਆ, ਸਕਸ਼ਨ ਲਾਈਨ ਦੇ ਵਿੱਚ ਗਿਆ ਤਾਂ ਪ੍ਰੈਸ਼ਰ ਮੇਰਾ ਇੱਕਦਮ ਡਾਊਨ ਚਲਾ ਗਿਆ, ਜੋ ਕਿ ਇੱਥੇ ਅਸੀਂ ਰਿਪਰੈਜ਼ੈਂਟ ਕੀਤਾ 2 to 3 ਐਂਡ 3 to 4 ਮੇਰਾ ਪ੍ਰੈਸ਼ਰ ਡਾਊਨ ਚਲਾ ਗਿਆ, 4 to 5 ਐਂਡ 5 to 6 ਇਹ ਮੇਰਾ ਜੋ ਪ੍ਰੋਸੈਸ ਹੈ 6 to 7 ਅਗੇਨ, ਮਤਲਬ ਕਿ 3 to 4, 4 to 5, 5 to 6, 6 to 7, 7 to 8। ਹੁਣ ਇਹ ਕੰਪਲੀਟ ਜੋ ਮੇਰੇ ਕੋਲ ਪ੍ਰੋਸੈਸ ਸ਼ੋ ਹੋ ਰਿਹਾ, ਇਹ ਸਾਰੇ ਦਾ ਸਾਰਾ ਹੀ ਕੰਪਰੈਸ਼ਨ ਦਾ ਪ੍ਰੋਸੈਸ ਇੱਥੇ ਸ਼ੋ ਹੋ ਰਿਹਾ, ਜੋ ਕਿ ਸਾਫ਼ ਤੌਰ ਤੇ ਦਰਸਾ ਰਿਹਾ ਇੱਥੇ ਕਿ ਇਨੀਸ਼ੀਅਲੀ ਮੇਰਾ ਕੁਝ ਪ੍ਰੈਸ਼ਰ ਡ੍ਰੌਪ ਹੋ ਰਿਹਾ ਇਵੈਪੋਰੇਟਰ ਤੋਂ ਬਾਅਦ ਸਕਸ਼ਨ ਲਾਈਨ ਦੇ ਅੰਦਰ
3 to 4 ਪ੍ਰੋਸੈਸ ਦੇ ਅੰਦਰ, ਜਿਹਨੂੰ ਅਸੀਂ ਇੱਥੇ ਰਿਪਰੈਜ਼ੈਂਟ ਕੀਤਾ ਹੋਇਆ ਡੈਲਟਾ PS। ਹੁਣ ਡੈਲਟਾ PS ਇੱਥੇ ਕੀ ਨੋਟ ਕਰ ਰਿਹਾ ਕਿ ਚੇਂਜ ਇਨ ਪ੍ਰੈਸ਼ਰ, ਕਿ ਸਕਸ਼ਨ ਪ੍ਰੈਸ਼ਰ, PS S ਫॉर ਸਕਸ਼ਨ, ਕਿ ਸਕਸ਼ਨ ਪ੍ਰੈਸ਼ਰ ਦੇ ਅੰਦਰ ਸਾਡੇ ਕੋਲ ਕਿੰਨਾ ਚੇਂਜ ਆਇਆ, ਕਿੰਨਾ ਪ੍ਰੈਸ਼ਰ ਡ੍ਰੌਪ ਆਏਗਾ, ਉਹਨੂੰ ਅਸੀਂ ਇਸ ਤਰੀਕੇ ਨਾਲ ਡੈਲਟਾ PS ਦੇ ਨਾਲ ਡਿਨੋਟ ਕੀਤਾ। ਨੈਕਸਟ ਇਸੇ ਤਰ੍ਹਾਂ ਹੀ ਫਿਰ ਸਾਡੇ ਕੋਲ ਜੋ ਕੰਪਰੈਸ਼ਨ ਹੈ, ਕੰਪਰੈਸ਼ਨ ਇਸੇ ਤਰੀਕੇ ਦੇ ਨਾਲ ਹੀ ਹੁੰਦੀ ਰਹੇਗੀ। ਬਟ ਹੁਣ ਤੁਸੀਂ ਇੱਥੇ ਦੇਖਦੇ ਆ ਕਿ ਜੋ ਅਸੀਂ ਥਿਓਰਟੀਕਲ ਪੜ੍ਹਿਆ ਸੀ, ਥਿਓਰਟੀਕਲੀ ਇਹਦੇ ਵਿੱਚ ਸੀਗਾ ਕਿ ਜੋ ਕੰਪਰੈਸ਼ਨ ਦਾ ਪ੍ਰੋਸੈਸ ਹੈ ਆਈਸੈਂਟ੍ਰੋਪਿਕ ਕੰਪਰੈਸ਼ਨ ਹੋਏਗੀ, ਬਟ ਐਕਚੁਅਲ ਦੇ ਵਿੱਚ ਅਸੀਂ ਇੱਥੇ ਦੇਖ ਰਹੇ ਹਾਂ ਕਿ ਇਹ ਸਾਡੇ ਕੋਲ ਸਟ੍ਰੇਟ ਲਾਈਨ ਤਾਂ ਬਣਦੀ ਨਹੀਂ, ਇੱਥੇ ਸਾਡੇ ਕੋਲ ਇੱਕ ਕਰਵ ਰਿਪਰੈਜ਼ੈਂਟ ਕਰ ਰਹੀ ਹੈ। ਹੁਣ ਕਰਵ ਕੀ ਰਿਪਰੈਜ਼ੈਂਟ ਕਰ ਰਹੀ ਹੈ ਕਿ ਇਹ ਸਾਡੇ ਕੋਲ ਆਈਸੈਂਟ੍ਰੋਪਿਕ ਕੰਪਰੈਸ਼ਨ ਨਹੀਂ ਹੈ। ਸੋ ਨੈਕਸਟ ਇੱਥੇ ਹੀ ਨੈਕਸਟ ਕੰਪਰੈਸ਼ਨ ਕੰਪਲੀਟ ਸਾਡੀ ਹੋ ਗਈ। ਕੰਪਰੈਸ਼ਨ ਕੰਪਲੀਟ ਹੋਣ ਤੋਂ ਬਾਅਦ 6 ਤੇ ਅਸੀਂ ਮੰਨ ਕੇ ਚੱਲਦੇ ਹਾਂ ਕਿ ਕੰਪਰੈਸ਼ਨ ਕੰਪਲੀਟ ਹੋ ਗਿਆ। ਜਿਵੇਂ ਹੀ ਉਹਨੇ ਡਿਸਚਾਰਜ ਪ੍ਰੈਸ਼ਰ ਡਿਲੀਵਰ ਕਰਨਾ ਹੈ, ਜਿੰਨਾ ਪ੍ਰੈਸ਼ਰ ਨੂੰ ਕੰਪਰੈਸ ਕਰਕੇ ਹਾਈ ਪ੍ਰੈਸ਼ਰ ਦੇ ਉੱਤੇ ਉਹਨੇ ਡਿਲੀਵਰ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਡਿਲੀਵਰੀ ਲਾਈਨ ਦੇ ਅੰਦਰ ਵੀ ਮੇਰਾ ਕੁਛ ਨਾ ਕੁਛ ਪ੍ਰੈਸ਼ਰ ਡ੍ਰੌਪ ਆ ਜਾਏਗਾ, ਜੋ ਇੱਥੇ ਅਸੀਂ ਰਿਪਰੈਜ਼ੈਂਟ ਕੀਤਾ ਵਿਦ ਦਾ ਲਾਈਨ 7 to 8। ਇੱਥੇ ਇਹਨੂੰ ਰਿਪਰੈਜ਼ੈਂਟ ਕੀਤਾ ਅਸੀਂ ਡੈਲਟਾ PD ਦੇ ਨਾਲ, ਕਿੰਨਾ ਪ੍ਰੈਸ਼ਰ ਡ੍ਰੌਪ ਹੋਏਗਾ। ਹੁਣ ਇੱਥੇ ਸਾਡੇ ਕੋਲ ਡਿਸਚਾਰਜ ਪ੍ਰੈਸ਼ਰ ਹੈ, ਉੱਪਰ ਵਾਲੀ ਲਾਈਨ ਨੂੰ 6-7 ਨੂੰ ਅਸੀਂ ਰਿਪਰੈਜ਼ੈਂਟ ਕੀਤਾ ਇੱਥੇ ਡਿਸਚਾਰਜ ਪ੍ਰੈਸ਼ਰ, ਔਰ ਨੀਚੇ ਵਾਲੇ ਜਿਹੜੇ ਪੁਆਇੰਟਸ ਨੇ ਉਹਨਾਂ ਨੂੰ ਅਸੀਂ ਇੱਥੇ ਨੋਟ ਕੀਤਾ ਕੰਡੈਂਸਰ ਪ੍ਰੈਸ਼ਰ, ਕਿ ਡਿਸਚਾਰਜ ਪ੍ਰੈਸ਼ਰ ਜਿੰਨਾ ਕੰਪਰੈਸਰ ਨੇ ਡਿਸਚਾਰਜ ਕੀਤਾ ਔਰ ਜਿੰਨਾ ਸਾਡੇ ਕੋਲ ਕੰਡੈਂਸਰ ਦੇ ਉੱਤੇ ਸਾਨੂੰ ਮਿਲਿਆ, ਤਾਂ ਉਹਦੇ ਵਿੱਚ ਜੋ ਡਿਫਰੈਂਸ ਆਏਗਾ ਉਹਨੂੰ ਅਸੀਂ ਡੈਲਟਾ PD ਦੇ ਨਾਲ ਡਿਨੋਟ ਕੀਤਾ। ਬਾਕੀ ਸਾਰੇ ਦਾ ਸਾਰਾ ਸਾਡਾ ਪ੍ਰੋਸੈਸ ਐਜ਼ ਇਟ ਇਜ਼ ਹੀ ਹੈ। 9 ਤੋਂ 10 ਸਾਡੀ ਪ੍ਰੋਸੈਸ ਸ਼ੋ ਹੋ ਰਹੀ ਹੈ ਕੰਡੈਂਸੇਸ਼ਨ ਦੀ, 10 ਤੋਂ ਅੱਗੇ 11 ਪੁਆਇੰਟ। ਇੱਥੇ ਅਸੀਂ ਫਿਰ ਅਗੇਨ ਇਹਨੂੰ ਸ਼ੋ ਕੀਤਾ ਸਬ ਕੂਲਿੰਗ ਦਾ ਪ੍ਰੋਸੈਸ। ਸਬ ਕੂਲਿੰਗ ਦਾ ਪ੍ਰੋਸੈਸ ਅਸੀਂ ਜਾਣਦੇ ਹਾਂ ਕਿ ਜਦੋਂ ਕਿਸੇ ਵੀ ਸਿਸਟਮ ਦੀ ਅਸੀਂ COP ਇਨਕਰੀਜ਼ ਕਰਨੀ ਹੋਵੇ, ਜਦੋਂ ਉਸ ਸਿਸਟਮ ਦੇ ਅੰਦਰ ਅਸੀਂ ਕੰਡੈਂਸਰ ਦੇ ਵਿੱਚ ਜਿਵੇਂ ਜਾਣਦੇ ਹਾਂ ਸਿਰਫ ਲੇਟੈਂਟ ਹੀਟ ਹੀ ਰਿਮੂਵ ਹੁੰਦੀ ਹੈ, ਜਦੋਂ ਉਸ ਦੀ ਅਸੀਂ ਟੈਂਪਰੇਚਰ ਨੂੰ ਡਿਕਰੀਜ਼ ਕਰਨਾ ਹੈ, ਜਦੋਂ ਉਸ ਦੀ ਸੈਂਸੀਬਲ ਹੀਟ ਨੂੰ ਵੀ ਰਿਮੂਵ ਕਰਨਾ ਹੈ, ਤਾਂ ਉੱਥੇ ਅਸੀਂ ਸਬ ਕੂਲਰ ਫਿੱਟ ਕਰਦੇ ਹਾਂ। ਤਾਂ 10 ਤੋਂ 11 ਸਾਡਾ ਸਬ ਕੂਲਰ ਲੱਗਿਆ। 11 ਤੋਂ ਅੱਗੇ 1 ਤੱਕ ਫਿਰ ਮੇਰੇ ਕੋਲ ਐਕਸਪੈਂਸ਼ਨ ਦਾ ਪ੍ਰੋਸੈਸ ਸ਼ੋ ਹੋ ਰਿਹਾ, ਜਿਹੜਾ ਕਿ ਸਾਡੇ ਕੋਲ ਇਰਰਿਵਰਸੀਬਲ ਐਡਿਆਬੈਟਿਕ ਪ੍ਰੋਸੈਸ ਹੋਏਗਾ। ਦੈਨ ਅਗੇਨ ਸਾਡੇ ਕੋਲ 1 ਤੋਂ ਲੈ ਕੇ 2 ਤੱਕ ਇਵੈਪੋਰੇਟਰ ਦਾ ਪ੍ਰੋਸੈਸ ਆ ਜਾਂਦਾ, ਇਵੈਪੋਰੇਸ਼ਨ ਦਾ ਪ੍ਰੋਸੈਸ ਆ ਜਾਂਦਾ। ਸੋ ਇਸੇ ਤਰ੍ਹਾਂ ਹੀ ਜੋ ਸਾਈਕਲ ਹੈ ਸਾਡਾ ਸਾਈਕਲ ਬਾय ਸਾਈਕਲ ਚੱਲਦਾ ਰਹਿੰਦਾ, ਜੋ ਸਾਡਾ ਪ੍ਰੋਸੈਸ ਹੈ ਸਾਈਕਲ ਬਾय ਸਾਈਕਲ ਚੱਲਦਾ ਰਹੇਗਾ। ਨੈਕਸਟ ਨਾਲ ਹੀ ਅਸੀਂ ਇੱਥੇ ਕੁਝ ਰਿਪਰੈਜ਼ੈਂਟ ਕੀਤਾ ਹੋਇਆ ਕਿ ਅਗਰ ਅਸੀਂ ਸਬ ਕੂਲਰ ਨਹੀਂ ਲਗਾਉਂਦੇ, ਸਬ ਕੂਲਿੰਗ ਦਾ ਪ੍ਰੋਸੈਸ ਨਹੀਂ ਕਰਦੇ, ਤਾਂ ਇਸ ਜਗ੍ਹਾ ਤੇ ਜੋ ਸਾਡਾ ਪ੍ਰੋਸੈਸ ਹੋਏਗਾ ਐਕਸਪੈਂਸ਼ਨ ਦਾ, ਉਹ 10 ਤੋਂ 1 ਡੈਸ਼ ਸਿੱਧਾ ਹੀ ਆ ਜਾਏਗਾ। ਔਰ ਇਸ ਜਗ੍ਹਾ ਤੋਂ ਇਸ ਪੁਆਇੰਟ ਦੇ ਉੱਤੇ ਇਹਦੀ ਅਸੀਂ ਕੁਝ ਐਂਟਰੋਪੀ ਕਾਊਂਟ ਕਰ ਲਾਂਗੇ, ਇੰਥੈਲਪੀ ਕਾਊਂਟ ਕਰ ਲਾਂਗੇ, ਇਹਦੇ ਰਿਸਪੈਕਟਿਵ ਕਿੰਨੀ ਆਏਗੀ, ਜਿਹੜਾ ਕਿ ਸਾਡੀ ਜੋ ਰੈਫਰੀਜਰੇਟਿੰਗ ਇਫੈਕਟ ਹੈ ਉਹਨੂੰ ਇਫੈਕਟ ਕਰੇਗਾ ਡਾਇਰੈਕਟਲੀ। ਜਿਵੇਂ ਕਿ ਅਸੀਂ ਇੱਥੇ ਦੇਖ ਪਾ ਰਹੇ ਹਾਂ, ਮੈਨੂੰ ਇੱਕ ਲਾਈਨ ਇਹ ਰਿਪਰੈਜ਼ੈਂਟ ਕਰ ਰਹੀ ਹੈ ਰੈੱਡ ਪੋਰਸ਼ਨ ਦੇ ਵਿੱਚ, ਕਿ ਰੈੱਡ ਲਾਈਨ ਹੈ ਡੋਟਡ, ਇੱਕ ਪਾਸੇ ਮੇਰੇ ਕੋਲ ਬਲੂ ਲਾਈਨ ਹੈ ਡੋਟਡ, ਔਰ ਜਿਹੜਾ ਇਨ ਬਿਟਵੀਨ ਦਾ ਸਾਰਾ ਰੀਜ਼ਨ ਹੈ, ਇਹ ਰੀਜ਼ਨ ਮੇਰੇ ਕੋਲ ਤਾਂ ਹੀ ਮਿਲੇਗਾ ਜਦੋਂ ਮੈਂ ਇੱਥੇ ਸਬ ਕੂਲਿੰਗ ਦਾ ਇਫੈਕਟ ਲਗਾਉਂਗਾ, ਜਿਹਦੇ ਨਾਲ ਮੇਰੇ ਕੋਲ ਇੰਨੀ ਅਮਾਊਂਟ ਦੀ ਰੈਫਰੀਜਰੇਟਿੰਗ ਇਫੈਕਟ ਜੋ ਹੈ ਮੇਰਾ ਵੱਧ ਜਾਏਗਾ। ਸੋ ਇਹਦੇ ਨਾਲ ਅਲਟੀਮੇਟਲੀ ਸਾਡਾ COP ਵੀ ਇਨਕਰੀਜ਼ਡ ਫਾਰਮ ਦੇ ਵਿੱਚ ਮਿਲੇਗਾ। ਸੋ ਇੱਥੋਂ ਅਸੀਂ ਦੇਖਦੇ ਹਾਂ ਕਿ ਇੱਕ ਥਿਓਰਟੀਕਲ ਤੇ ਐਕਚੁਅਲ ਵੇਪਰ ਕੰਪਰੈਸ਼ਨ ਰੈਫਰੀਜਰੇਸ਼ਨ ਦੇ ਸਿਸਟਮ ਦੇ ਅੰਦਰ ਕੀ ਫਰਕ ਹੈ, ਕਿ ਪ੍ਰੋਸੈਸ ਦੇ ਅੰਦਰ ਕੀ ਫਰਕ ਆਉਂਦਾ, ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਅਸੀਂ ਡਿਨੋਟ ਕਰਦੇ ਹਾਂ। ਨੈਕਸਟ ਅਸੀਂ ਦੇਖਦੇ ਹਾਂ ਕਿ ਅਗਰ ਇਸੇ ਨੂੰ ਅਸੀਂ ਸਮਝ ਤਾਂ ਹੁਣ ਲਿਆ, ਅਗਰ ਥਿਓਰਟੀਕਲੀ ਸਾਨੂੰ ਲਿਖਣਾ ਪੈਂਦਾ ਹੈ ਤਾਂ ਮੈਂ ਜਲਦੀ ਇਹਨੂੰ ਕੁਝ ਥਿਓਰਟੀਕਲ ਵੀ ਪੋਰਸ਼ਨ ਤੁਹਾਡੇ ਸਾਹਮਣੇ ਪੇਸ਼ ਕਰਦਾ ਕਿ ਅਗਰ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਅਸੀਂ ਇਹਨੂੰ ਲਿਖਣਾ ਹੋਵੇ ਤਾਂ ਇਸ ਨੂੰ ਕਿਸ ਤਰੀਕੇ ਦੇ ਨਾਲ ਅਸੀਂ ਐਕਸਪਲੇਨ ਕਰਨਾ। ਜਿਵੇਂ ਕਿ ਅਸੀਂ ਗ੍ਰਾਫ ਦੇ ਵਿੱਚ ਸਮਝਿਆ ਕਿ ਜੋ ਥਿਓਰਟੀਕਲ ਸਾਡੇ ਕੋਲ ਪ੍ਰੋਸੈਸ ਹੁੰਦਾ ਹੈ ਉਹ ਸਾਡਾ ਆਈਸੈਂਟ੍ਰੋਪਿਕ ਪ੍ਰੋਸੈਸ ਮੰਨਿਆ ਜਾਂਦਾ, ਜਿਹਨੂੰ ਅਸੀਂ ਰਿਵਰਸੀਬਲ ਐਡਿਆਬੈਟਿਕ ਪ੍ਰੋਸੈਸ ਵੀ ਕਹਿੰਦੇ ਹਾਂ। ਤਾਂ ਇਸ ਪ੍ਰੋਸੈਸ ਦੇ ਵਿੱਚ ਸਾਡੇ ਕੋਲ ਜੋ Q ਦੀ ਵੈਲਿਊ ਹੈ, ਕਿੰਨੀ ਅਮਾਊਂਟ ਦੀ ਹੀਟ ਅਸੀਂ ਸਪਲਾਈ ਕੀਤੀ, ਉਹਨੂੰ ਅਸੀਂ ਕਾਂਸਟੈਂਟ ਲੈ ਕੇ ਚੱਲਦੇ ਹਾਂ, ਜਿਹਦੇ ਕਰਕੇ ਸਾਡੀ ਐਂਟਰੋਪੀ ਵੀ ਕਾਂਸਟੈਂਟ ਹੁੰਦੀ ਹੈ। ਬਟ ਕਹਿ ਰਿਹਾ ਕਿ ਐਕਚੁਅਲ ਦੇ ਵਿੱਚ ਇਟ ਇਜ਼ ਨਾਟ ਪੋਸੀਬਲ ਡਿਊ ਟੂ ਦਾ ਫ੍ਰਿਕਸ਼ਨ ਐਂਡ ਅਦਰ ਲਾਸਿਸ, ਕਿ ਅਦਰ ਲਾਸਿਸ ਤੇ ਫ੍ਰਿਕਸ਼ਨ ਦੇ ਕਰਕੇ ਪੋਸੀਬਲ ਨਹੀਂ ਹੈ। ਨੈਕਸਟ ਪੁਆਇੰਟ ਦੇ ਵਿੱਚ ਗੱਲ ਕਰ ਰਹੇ ਹਾਂ ਜੀ ਥਿਓਰਟੀਕਲੀ ਹੀਟ ਟ੍ਰਾਂਸਫਰ, ਜਿਹਨੂੰ ਅਸੀਂ Q ਦੇ ਨਾਲ ਡਿਨੋਟ ਕਰਦੇ ਹਾਂ ਬਿਟਵੀਨ ਦ ਵਾਲਸ ਆਫ ਦਾ ਸਿਲੰਡਰ ਐਂਡ ਰੈਫਰੀਜਰੈਂਟ, ਕਿ ਜੋ ਸਿਲੰਡਰ ਦੀਆਂ ਵਾਲਸ ਨੇ ਕੰਪਰੈਸਰ ਦੇ ਅੰਦਰ ਤੇ ਰੈਫਰੀਜਰੈਂਟ ਦੇ ਅੰਦਰ, ਉਹਦੇ ਵਿੱਚ ਜੋ ਟ੍ਰਾਂਸਫਰ ਹੈ ਹੀਟ ਦਾ, ਉਹਨੂੰ ਅਸੀਂ ਨਿਲ ਮੰਨ ਕੇ ਚੱਲਦੇ ਹਾਂ, ਬਿਲਕੁਲ ਜ਼ੀਰੋ ਮੰਨ ਕੇ ਚੱਲਦੇ ਹਾਂ। ਬਟ ਕੀ ਕਹਿੰਦਾ, ਇਨ ਐਕਚੁਅਲ ਦਾ ਸਿਲੰਡਰ ਵਾਲਸ ਆਰ ਹੌਟਰ ਦੈਨ ਦਾ ਇਨਕਮਿੰਗ ਗੈਸ ਫਰੋਮ ਦਾ ਇਵੈਪੋਰੇਟਰ,
ਕਿ ਜਿਹੜੀਆਂ ਸਿਲੰਡਰ ਵਾਲਸ ਹੁੰਦੀਆਂ ਨੇ ਸਾਡੇ ਕੋਲ ਜਿਹੜੀ ਇਨਕਮਿੰਗ ਗੈਸ ਹੈ ਜੋ ਇਵੈਪੋਰੇਟਰ ਤੋਂ ਆ ਰਹੀ ਹੈ ਰੈਫ੍ਰਿਜਰੈਂਟ ਉਹਦੇ ਨਾਲੋਂ ਇਸ ਦਾ ਟੈਂਪਰੇਚਰ ਜੋ ਵਾਲਸ ਦਾ ਹੈ ਸਿਲੰਡਰ ਵਾਲਸ ਦਾ ਜ਼ਿਆਦਾ ਹੁੰਦਾ ਔਰ ਕੋਲਡਰ ਦੈਨ ਦਾ ਕੰਪਰੈਸਡ ਗੈਸ ਡਿਸਚਾਰਜ ਟੂ ਦਾ ਕੰਡੈਂਸਰ ਔਰ ਕੋਲਡਰ ਹੁੰਦਾ ਜੋ ਗੈਸ ਅਸੀਂ ਡਿਸਚਾਰਜ ਕਰਦੇ ਹਾਂ ਕੰਪਰੈਸ ਹੋਣ ਤੋਂ ਬਾਅਦ ਕੰਡੈਂਸਰ ਦੇ ਉੱਤੇ। ਸੋ ਇੱਥੇ ਸਾਫ਼ ਤੌਰ 'ਤੇ ਦੇਖ ਰਹੇ ਹਾਂ ਕਿ ਇੱਥੇ ਸਾਡੇ ਕੋਲ ਜੋ ਹੀਟ ਟ੍ਰਾਂਸਫਰ ਹੈ ਉਹ ਹੋਏਗਾ ਹੀ ਹੋਏਗਾ, ਜਿੱਥੇ ਵੀ ਸਾਡੇ ਕੋਲ ਟੈਂਪਰੇਚਰ ਡਿਫਰੈਂਸ ਆਏਗਾ ਉੱਥੇ ਹੀਟ ਟ੍ਰਾਂਸਫਰ ਹੋਏਗਾ ਹੀ ਹੋਏਗਾ। ਨੈਕਸਟ ਉਹ ਗੱਲ ਕਰ ਰਹੇ ਕਹਿੰਦਾ ਥਿਓਰਟੀਕਲੀ ਦਾ ਪ੍ਰੈਸ਼ਰ ਡ੍ਰੌਪ ਇਨ ਦਾ ਇਵੈਪੋਰੇਟਰ ਐਂਡ ਦਾ ਕੰਡੈਂਸਰ ਇਜ਼ ਐਜ਼ਿਊਮਡ ਟੂ ਬੀ ਨਿਲ। ਜਿਵੇਂ ਅਸੀਂ ਉੱਤੇ ਗ੍ਰਾਫ ਦੇ ਵਿੱਚ ਵੀ ਦੇਖਿਆ ਕਿ ਇਵੈਪੋਰੇਟਰ ਦੇ ਅੰਦਰ ਐਂਡ ਦੂਸਰੀ ਗੱਲ ਕੀਤੀ ਉਹਨੇ ਕੰਡੈਂਸਰ ਦੇ ਅੰਦਰ ਜੋ ਪ੍ਰੈਸ਼ਰ ਡ੍ਰੌਪ ਹੈ ਉਹ ਅਸੀਂ ਨਿਲ ਮੰਨ ਕੇ ਚੱਲਦੇ ਹਾਂ, ਜ਼ੀਰੋ ਮੰਨ ਕੇ ਚੱਲਦੇ ਹਾਂ, ਬਟ ਐਕਚੁਅਲ ਦੇ ਵਿੱਚ ਅਸੀਂ ਦੇਖਿਆ ਕਿ ਬਿਫੋਰ ਕੰਪਰੈਸ਼ਨ ਐਂਡ ਆਫਟਰ ਕੰਪਰੈਸ਼ਨ ਜਿਹਨੂੰ ਅਸੀਂ ਗੱਲ ਕਰਦੇ ਹਾਂ ਕਿ ਸਕਸ਼ਨ ਪ੍ਰੈਸ਼ਰ ਤੇ ਡਿਸਚਾਰਜ ਪ੍ਰੈਸ਼ਰ ਸਾਡੇ ਕੋਲ ਚੇਂਜ ਹੁੰਦਾ ਹੀ ਹੁੰਦਾ ਹੈ, ਉੱਥੇ ਪ੍ਰੈਸ਼ਰ ਡ੍ਰੌਪ ਆਉਂਦਾ ਹੀ ਆਉਂਦਾ ਹੈ। ਸੋ ਨੈਕਸਟ ਉਹ ਗੱਲ ਕਰ ਰਿਹਾ ਜੀ ਬੋਥ ਦਾ ਸਕਸ਼ਨ ਐਂਡ ਡਿਸਚਾਰਜ ਵਾਲਸ ਆਫ ਦਾ ਕੰਪਰੈਸਰ ਆਰ ਐਕਚੁਏਟਿਡ ਬਾय ਦਾ ਪ੍ਰੈਸ਼ਰ ਡਿਫਰੈਂਸ ਕਿ ਜਿਹੜੇ ਸਾਡੇ ਕੋਲ ਸਕਸ਼ਨ ਤੇ ਡਿਸਚਾਰਜ ਵਾਲਸ ਹੋਣਗੇ ਕੰਪਰੈਸਰ ਦੇ ਉਹ ਪ੍ਰੈਸ਼ਰ ਡਿਫਰੈਂਸ ਦੇ ਕਰਕੇ ਹੀ ਆਪਰੇਟ ਹੋਣਗੇ। ਦਸ ਦਾ ਐਕਚੁਅਲ ਸਕਸ਼ਨ ਪ੍ਰੈਸ਼ਰ ਇਨਸਾਈਡ ਦਾ ਕੰਪਰੈਸਰ ਇਜ਼ ਸਲਾਈਟਲੀ ਬਿਲੋ ਦਾ ਇਵੈਪੋਰੇਟਰ ਕਿ ਜਿਹੜਾ ਆਪਣੇ ਕੋਲ ਕੰਪਰੈਸਰ ਦੇ ਅੰਦਰ ਜੋ ਪ੍ਰੈਸ਼ਰ ਹੋਏਗਾ ਉਹ ਸਲਾਈਟਲੀ ਬਿਲੋ ਹੋਏਗਾ ਇਵੈਪੋਰੇਟਰ ਦੇ ਪ੍ਰੈਸ਼ਰ ਦੇ ਨਾਲ, ਤਾਂ ਹੀ ਸਾਡਾ ਜਿਹੜਾ ਵਾਲਵ ਹੈ ਪ੍ਰੋਪਰਲੀ ਓਪਨ ਹੋ ਪਾਏਗਾ। ਐਂਡ ਡਿਸਚਾਰਜ ਪ੍ਰੈਸ਼ਰ ਇਜ਼ ਅਬਵ ਦਾ ਕੰਡੈਂਸਰ ਪ੍ਰੈਸ਼ਰ ਤੇ ਜਿਹੜਾ ਡਿਸਚਾਰਜ ਪ੍ਰੈਸ਼ਰ ਹੋਏਗਾ ਉਹ ਜ਼ਿਆਦਾ ਹੋਏਗਾ ਕੰਡੈਂਸਰ ਪ੍ਰੈਸ਼ਰ ਦੇ ਨਾਲ, ਤਾਂ ਹੀ ਉਹ ਪ੍ਰੋਪਰਲੀ ਸਕਸ਼ਨ ਤੇ ਡਿਲੀਵਰੀ ਦੇ ਟਾਈਮ ਤੇ ਵਾਲਵਸ ਨੂੰ ਚੰਗੀ ਤਰ੍ਹਾਂ ਆਪਰੇਟ ਕਰ ਸਕਦਾ। ਨੈਕਸਟ ਉਹ ਗੱਲ ਕਰ ਰਿਹਾ ਥਿਓਰਟੀਕਲੀ ਕੂਲ ਰੈਫ੍ਰਿਜਰੈਂਟ ਐਂਟਰਸ ਦਾ ਇਵੈਪੋਰੇਟਰ and dry saturated vapors moves the compressor, but in actual by using the heat exchanger subcooling of the liquid and superheating of vapors is achieved। ਕਿ ਥਿਓਰਟੀਕਲੀ ਅਸੀਂ ਹੁਣ ਤੱਕ ਪੜ੍ਹੇ ਆ ਕਿ ਜੋ ਸਾਡੇ ਕੋਲ ਰੈਫ੍ਰਿਜਰੈਂਟ ਹੈ ਕੂਲਡ ਫਾਰਮ ਦੇ ਵਿੱਚ ਇਵੈਪੋਰੇਟਰ ਦੇ ਵਿੱਚ ਐਂਟਰ ਹੁੰਦਾ ਤੇ ਡਰਾਈ ਤੇ ਸੈਚੂਰੇਟਿਡ ਵੇਪਰਸ ਦੀ ਫਾਰਮ ਦੇ ਵਿੱਚ ਕੰਪਰੈਸਰ ਦੇ ਵਿੱਚ ਚਲਾ ਜਾਂਦਾ, ਬਟ ਐਕਚੁਅਲ ਦੇ ਵਿੱਚ ਇਹ ਚੀਜ਼ ਪੋਸੀਬਲ ਨਹੀਂ ਹੈ ਵਿਦਾਊਟ ਦਾ ਯੂਜ਼ ਆਫ ਸਬ ਕੂਲਿੰਗ ਹੀਟ ਐਕਸਚੇਂਜਰ ਜਾਂ ਸੁਪਰ ਹੀਟਰ। ਤਾਂ ਇਹਨਾਂ ਇਕਵਿਪਮੈਂਟਸ ਨੂੰ ਯੂਜ਼ ਕਰਕੇ ਹੀ ਅਸੀਂ ਪ੍ਰੋਪਰ ਉਸ ਦੀ ਐਫੀਸ਼ੀਐਂਸੀ ਇਨਕਰੀਜ਼ ਕਰ ਸਕਦੇ ਹਾਂ, ਉਹਦੀ COP ਇਨਕਰੀਜ਼ ਕਰ ਸਕਦੇ ਹਾਂ। ਨੈਕਸਟ ਇਸੇ ਹੀ ਟੌਪਿਕ ਦੇ ਵਿੱਚ ਅਸੀਂ ਗੱਲ ਕਰਾਂਗੇ ਅਗਲੇ ਟੌਪਿਕ ਦੇ ਬਾਰੇ, ਜਿਹਦੇ ਵਿੱਚ ਅਸੀਂ ਦੇਖਾਂਗੇ ਕਿ ਯੂਜ਼ ਆਫ ਐਕੂਮੂਲੇਟਰ ਐਂਡ ਫਲੈਸ਼ ਚੈਂਬਰ। ਐਕੂਮੂਲੇਟਰ ਤੇ ਫਲੈਸ਼ ਚੈਂਬਰ ਕੀ ਹੁੰਦੇ ਨੇ, ਇਹਨਾਂ ਦਾ ਅਸੀਂ ਯੂਜ਼ ਕਿਉਂ ਕਰਦੇ ਹਾਂ। ਜਦੋਂ ਕਿਸੇ ਵੀ ਸਿਸਟਮ ਦੀ ਵੇਪਰ ਕੰਪਰੈਸ਼ਨ ਰੈਫ੍ਰਿਜਰੇਸ਼ਨ ਸਿਸਟਮ ਦੇ ਅੰਦਰ ਜਦੋਂ ਪੂਰੇ ਸਿਸਟਮ ਦੀ ਅਸੀਂ COP ਇਨਕਰੀਜ਼ ਕਰਨੀ ਹੋਵੇ ਵਧਾਉਣੀ ਹੋਵੇ ਤਾਂ ਉਸ ਟਾਈਮ ਅਸੀਂ ਇਹਨਾਂ ਦੋ ਇਕਵਿਪਮੈਂਟਸ ਦਾ ਯੂਜ਼ ਕਰਦੇ ਹਾਂ, ਜਿਹਦੇ ਨਾਲ ਸਾਡੇ ਕੋਲ ਸਿਸਟਮ ਦੀ ਜੋ ਐਫੀਸ਼ੀਐਂਸੀ ਹੈ ਕਾਫੀ ਹੱਦ ਤੱਕ ਵੱਧ ਜਾਂਦੀ ਹੈ। ਸੋ ਆਓ ਡਿਸਕਸ ਕਰਦੇ ਹਾਂ। ਜਿਵੇਂ ਕਿ ਅਸੀਂ ਹੁਣ ਤੱਕ ਪੜ੍ਹਿਆ ਸੀ ਕਿ ਸਾਡੇ ਕੋਲ ਬੇਸਿਕਲੀ ਜੋ ਪੂਰੇ ਸਿਸਟਮ ਦੇ ਅੰਦਰ 4 ਕੰਪੋਨੈਂਟਸ ਲੱਗੇ ਹੁੰਦੇ ਨੇ। ਕਿਹੜੇ ਹੁੰਦੇ ਨੇ? ਕੰਪਰੈਸਰ ਹੈ, ਕੰਡੈਂਸਰ ਹੈ, ਮੀਟਰਿੰਗ ਡਿਵਾਈਸ ਜਿਹਨੂੰ ਅਸੀਂ ਐਕਸਪੈਂਸ਼ਨ ਵਾਲਵ ਵੀ ਆਖਦੇ ਹਾਂ, ਇਸ ਤੋਂ ਬਾਅਦ ਸਾਡੇ ਕੋਲ ਇਵੈਪੋਰੇਟਰ। ਇਸ ਪੂਰੇ ਡਾਇਗਰਾਮ ਦੇ ਵਿੱਚ ਅਸੀਂ ਇਹਨਾਂ ਤੋਂ ਇਲਾਵਾ ਕੁਝ 2 ਅਸੀਂ ਹੋਰ ਕੰਪੋਨੈਂਟਸ ਯੂਜ਼ ਕੀਤੇ ਨੇ, ਜਿਹਨੂੰ ਅਸੀਂ ਇੱਕ ਨੂੰ ਫਲੈਸ਼ ਚੈਂਬਰ ਕਿਹਾ ਔਰ ਦੂਸਰੇ ਨੂੰ ਅਸੀਂ ਐਕੂਮੂਲੇਟਰ ਕਿਹਾ। ਹੁਣ ਇਹਨਾਂ ਦਾ ਅਸੀਂ ਯੂਜ਼ ਦੇਖਣਾ ਕਿ ਇਹਨਾਂ ਨੂੰ ਯੂਜ਼ ਕਰਨ ਦਾ ਕੀ ਚੱਕਰ ਹੈ, ਕਿਉਂ ਅਸੀਂ ਯੂਜ਼ ਕਰਦੇ ਹਾਂ, ਯੂਜ਼ ਕਰਨ ਦੇ ਨਾਲ ਕੀ ਫ਼ਰਕ ਪਏਗਾ ਔਰ ਇਹਨਾਂ ਦਾ ਫੰਕਸ਼ਨ ਕਿਸ ਤਰੀਕੇ ਨਾਲ ਹੋਏਗਾ, ਕਿਸ ਤਰੀਕੇ ਨਾਲ ਇਹ ਕੰਮ ਕਰਨਗੇ। ਸੋ ਆਓ ਸਭ ਤੋਂ ਪਹਿਲਾਂ ਡਿਸਕਸ ਕਰਦੇ ਹਾਂ ਜੀ ਅਬਾਊਟ ਫਲੈਸ਼ ਚੈਂਬਰ। ਕਿ ਫਲੈਸ਼ ਚੈਂਬਰ ਕੀ ਹੈ, ਇਹਨੂੰ ਅਸੀਂ ਕਿੱਥੇ ਯੂਜ਼ ਕਰਦੇ ਹਾਂ। ਜਿਵੇਂ ਕਿ ਤੁਸੀਂ ਡਾਇਗਰਾਮ ਦੇ ਵਿੱਚ ਦੇਖ ਹੀ ਪਾ ਰਹੇ ਹੋ ਕਿ ਆਫਟਰ ਮੀਟਰਿੰਗ ਡਿਵਾਈਸ ਐਕਸਪੈਂਸ਼ਨ ਵਾਲ ਤੋਂ ਬਾਅਦ ਇਵੈਪੋਰੇਟਰ ਤੋਂ ਪਹਿਲਾਂ ਅਸੀਂ ਕੀ ਯੂਜ਼ ਕਰਨਾ ਜੀ? ਫਲੈਸ਼ ਚੈਂਬਰ। ਹੁਣ ਫਲੈਸ਼ ਚੈਂਬਰ ਦਾ ਕੀ ਫੰਕਸ਼ਨ ਹੋਏਗਾ, ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ, ਪਹਿਲਾਂ ਵੀ ਅਸੀਂ ਡਿਸਕਸ ਕੀਤਾ ਸੀ ਕਿ ਐਕਸਪੈਂਸ਼ਨ ਹੋਣ ਤੋਂ ਬਾਅਦ ਇੱਕ ਵਾਰੀ ਸਿਸਟਮ ਨੂੰ ਪੂਰੇ ਨੂੰ ਡਿਸਕ੍ਰਾਈਬ ਕਰਦੇ ਹਾਂ। ਜਿਵੇਂ ਕਿ ਅਸੀਂ ਪਹਿਲਾਂ ਦੇਖਿਆ ਸੀ ਕਿ ਸਾਡੇ ਕੋਲ ਇਵੈਪੋਰੇਟਰ ਤੋਂ ਬਾਅਦ ਕੰਪਲੀਟਲੀ ਵੇਪਰਸ ਫਾਰਮ ਦੇ ਵਿੱਚ ਜੋ ਸਾਡਾ ਰੈਫ੍ਰਿਜਰੈਂਟ ਹੋਏਗਾ ਉਹ ਕੰਪਰੈਸਰ ਤੇ ਜਾਏਗਾ, ਕੰਪਰੈਸਰ ਉਸ ਨੂੰ ਕੰਪਰੈਸ ਕਰੇਗਾ, ਪ੍ਰੈਸ਼ਰ ਵਧਾਏਗਾ, ਪ੍ਰੈਸ਼ਰ ਵਧਾਉਣ ਤੋਂ ਬਾਅਦ ਉਹਨੂੰ ਕੰਡੈਂਸਰ ਤੇ ਭੇਜੇਗਾ, ਕੰਡੈਂਸਰ ਤੇ ਉਸ ਦੀ ਲੇਟੈਂਟ ਹੀਟ ਰਿਮੂਵ ਹੋਏਗੀ, ਟੈਂਪਰੇਚਰ ਦੇ ਵਿੱਚ ਕੋਈ ਚੇਂਜ ਨਹੀਂ ਆਏਗਾ ਔਰ ਇਹਨੂੰ ਫਰਦਰ ਅੱਗੇ ਕੰਡੈਂਸ ਕਰਕੇ ਉਸੇ ਹੀ ਰੈਫ੍ਰਿਜਰੈਂਟ ਨੂੰ ਇੱਥੇ ਸਾਡੇ ਕੋਲ ਡਿਲੀਵਰੀ ਲਾਈਨ ਦੇ ਵਿੱਚ ਉਸ ਦੀ ਫਾਰਮ ਹੋਏਗੀ ਵੇਪਰਸ ਫਾਰਮ, ਉਸ ਨੂੰ ਕੰਪਲੀਟਲੀ ਲਿਕੁਇਡ ਫਾਰਮ ਦੇ ਵਿੱਚ ਕਨਵਰਟ ਕਰਕੇ ਮੀਟਰਿੰਗ ਡਿਵਾਈਸ ਤੇ ਭੇਜੇਗਾ, ਜਿਸ ਦੇ ਉੱਤੇ ਉਸ ਦਾ ਪ੍ਰੈਸ਼ਰ ਡਿਕਰੀਜ਼ ਹੋ ਜਾਏਗਾ, ਵੋਲਿਊਮ ਵੱਧ ਜਾਏਗਾ ਔਰ ਇਸ ਜਗ੍ਹਾ ਤੇ ਸਾਡੇ ਕੋਲ ਜੋ ਸਾਡਾ ਰੈਫ੍ਰਿਜਰੈਂਟ ਹੈ ਉਹ ਲਿਕੁਇਡ ਫਾਰਮ ਦੇ ਵਿੱਚ ਹੀ ਰਹਿੰਦਾ ਔਰ ਇਹੀ ਫਰਦਰ ਅੱਗੇ ਜਾ ਕੇ ਇਵੈਪੋਰੇਟਰ ਦੇ ਵਿੱਚ ਕੰਮ ਕਰਦਾ।
ਬਟ ਐਕਚੁਅਲ ਦੇ ਵਿੱਚ ਇਹ ਚੀਜ਼ ਨਹੀਂ ਹੋ ਰਹੀ। ਐਕਚੁਅਲ ਦੇ ਵਿੱਚ ਕੀ ਹੋ ਰਿਹਾ ਕਿ ਜਦੋਂ ਇਵੈਪੋਰੇਟਰ ਤੋਂ ਆਊਟਪੁੱਟ ਆ ਰਹੀ ਹੈ ਤਾਂ ਇਸ ਜਗ੍ਹਾ ਤੇ ਹੋ ਸਕਦਾ 100% ਸਾਡਾ ਜੋ ਰੈਫਰੀਜਰੈਂਟ ਸੀ ਉਹ ਵੇਪਰਸ ਫਾਰਮ ਦੇ ਵਿੱਚ ਕਨਵਰਟ ਨਹੀਂ ਹੋ ਪਾ ਰਿਹਾ, ਉਹਦੇ ਵਿੱਚ ਕੁਛ ਨਾ ਕੁਛ ਲਿਕੁਇਡ ਜੋ ਕੰਟੈਂਟਸ ਹੈਗੇ ਨੇ ਹਜੇ ਵੀ ਪ੍ਰੈਜ਼ੈਂਟ ਨੇ। ਤਾਂ ਇਸ ਜਗ੍ਹਾ ਤੇ ਅਸੀਂ ਕੀ ਕੀਤਾ, ਫਿਰ ਇੱਕ ਡਿਵਾਈਸ ਯੂਜ਼ ਕੀਤਾ ਜਿਹਦਾ ਨਾਮ ਅਸੀਂ ਰੱਖਿਆ ਅਕੂਮੂਲੇਟਰ, ਜੋ ਕੀ ਕਰੇਗਾ ਸਿਰਫ ਵੇਪਰਸ ਨੂੰ ਹੀ ਅਲਾਉ ਕਰੇਗਾ ਕਿ ਉਹ ਕੰਪਰੈਸਰ ਤੇ ਜਾਣ, ਕਿਉਂਕਿ ਇਸ ਜਗ੍ਹਾ ਤੇ ਜਦੋਂ 100% ਸਾਡੇ ਕੋਲ ਵੇਪਰ ਨਹੀਂ ਮਿਲੇ, ਕੁਝ ਅਮਾਊਂਟ ਦੇ ਸਾਨੂੰ ਲਿਕੁਇਡ ਪਾਰਟੀਕਲਸ ਵੀ ਮਿਲ ਰਹੇ ਆ, ਤਾਂ ਇਹ ਕੀ ਕਰੇਗਾ ਇੱਕ ਫਿਲਟਰ ਦਾ ਕੰਮ ਕਰ ਰਿਹਾ ਜੋ ਕਿ ਸਿਰਫ ਵੇਪਰਸ ਨੂੰ ਅੱਗੇ ਅਲਾਉ ਕਰ ਰਿਹਾ ਅੱਗੇ ਜਾਣ ਦੇ ਲਈ ਅਕੂਮੂਲੇਟਰ, ਔਰ ਜਿੰਨੇ ਤੇ ਜਿੰਨੇ ਸਾਡੇ ਵੇਪਰਸ ਪਾਰਟੀਕਲਸ ਲਿਕੁਇਡਸ ਪਾਰਟੀਕਲਸ ਨੇ ਉਹਨਾਂ ਨੂੰ ਵਾਪਸ ਭੇਜ ਰਿਹਾ ਬੈਕ ਆਫ ਇਵੈਪੋਰੇਟਰ ਦੇ ਬੈਕ ਤੇ ਭੇਜ ਦੇਗਾ। ਇੱਥੋਂ ਫਿਰ ਸਾਰੇ ਦੇ ਸਾਰੇ ਇੱਥੋਂ ਲੇਟੈਂਟ ਹੀਟ ਨੂੰ ਅਬਜ਼ੌਰਬ ਕਰਕੇ ਵੇਪਰਸ ਫਾਰਮ ਦੇ ਵਿੱਚ ਕਨਵਰਟ ਹੋ ਕੇ ਫਿਰ ਆਪਣੇ ਕੋਲ ਅੱਗੇ ਪਾਸ ਹੋਣਗੇ ਅਕੂਮੂਲੇਟਰ ਤੇ। ਫਿਰ ਉਹ ਚੈੱਕ ਕਰੇਗਾ ਕਿ ਇਹਦੇ ਵਿੱਚ ਕਿੰਨੇ ਲਿਕੁਇਡ ਪਾਰਟੀਕਲਸ ਨੇ ਜਾਂ ਕਿੰਨੇ ਵੇਪਰਸ ਪਾਰਟੀਕਲਸ ਨੇ, ਤੇ ਸਿਰਫ ਵੇਪਰਸ ਨੂੰ ਹੀ ਅਲਾਉ ਕਰੇਗਾ ਕੰਪਰੈਸਰ ਦੇ ਉੱਤੇ ਜਾਣ ਦੇ ਲਈ। ਸੋ ਇਹ ਫੰਕਸ਼ਨ ਸੀ ਸਾਡਾ ਸਾਰਾ ਅਕੂਮੂਲੇਟਰ ਦਾ, ਜੋ ਕਿ ਵੇਪਰਸ ਤੇ ਲਿਕੁਇਡਸ ਪਾਰਟੀਕਲਸ ਨੂੰ ਸੈਪਰੇਟ ਕਰਨ ਦਾ ਕੰਮ ਕਰ ਰਿਹਾ ਆਫਟਰ ਇਵੈਪੋਰੇਸ਼ਨ ਐਂਡ ਬਿਫੋਰ ਕੰਪਰੈਸ਼ਨ। ਦੂਸਰੀ ਸਾਈਡ ਤੇ ਸਾਡੇ ਕੋਲ ਹੈ ਫਲੈਸ਼ ਚੈਂਬਰ। ਹੁਣ ਫਲੈਸ਼ ਚੈਂਬਰ ਤੇ ਵੀ ਇੱਥੇ ਦੇਖਿਆ ਕਿ ਜਦੋਂ ਐਕਸਪੈਂਸ਼ਨ ਵਾਲ ਦੇ ਥਰੂ, ਮੀਟਰਿੰਗ ਡਿਵਾਈਸ ਦੇ ਥਰੂ ਸਾਡਾ ਰੈਫਰੀਜਰੈਂਟ ਜੋ ਹੈ ਐਕਸਪੈਂਡਡ ਫਾਰਮ ਦੇ ਵਿੱਚ ਆਉਂਦਾ, ਤਾਂ ਜਦੋਂ ਉਹ ਚੀਜ਼ ਐਕਸਪੈਂਡ ਹੋਏਗੀ, ਪ੍ਰੈਸ਼ਰ ਵਧੇਗਾ, ਪ੍ਰੈਸ਼ਰ ਘਟੇਗਾ, ਵੋਲਿਊਮ ਵਧੇਗਾ, ਤਾਂ ਉਸ ਟਾਈਮ ਜੋ ਸਾਡਾ ਰੈਫਰੀਜਰੈਂਟ ਹੈ ਉਹ ਕੰਪਲੀਟਲੀ ਲਿਕੁਇਡਸ ਫਾਰਮ ਦੇ ਵਿੱਚ ਨਹੀਂ ਰਹਿ ਪਾਉਂਦਾ, ਉਹਦੇ ਵਿੱਚ ਕੁਛ ਨਾ ਕੁਛ ਅਮਾਊਂਟ ਦੇ ਵੇਪਰਸ ਪਾਰਟੀਕਲਸ ਆ ਜਾਂਦੇ ਨੇ। ਉਹ ਕਿਵੇਂ ਆਉਂਦੇ ਨੇ, ਲੇਟੈਂਟ ਹੀਟ ਨੂੰ ਅਬਜ਼ੌਰਬ ਕਰਕੇ ਉਹ ਆਪਣੇ ਵੇਪਰਸ ਫਾਰਮ ਅਟੇਨ ਕਰ ਲੈਂਦੇ ਆ। ਬਟ ਸਾਨੂੰ 100% ਐਫੀਸ਼ੀਐਂਸੀ ਤਾਂ ਹੀ ਮਿਲ ਸਕਦੀ ਹੈ ਅਗਰ 100% ਹੀ ਲਿਕੁਇਡ ਸਾਡਾ ਇਵੈਪੋਰੇਟਰ ਦੇ ਅੰਦਰ ਐਂਟਰ ਹੋਵੇ, ਕਿਉਂਕਿ ਜਿਹੜੇ ਪਾਰਟੀਕਲਸ ਪਹਿਲਾਂ ਹੀ ਲੇਟੈਂਟ ਹੀਟ ਨੂੰ ਅਬਜ਼ੌਰਬ ਕਰਕੇ ਲਾਈਨ ਦੀ ਵੇਪਰਸ ਫਾਰਮ ਦੇ ਵਿੱਚ ਕਨਵਰਟ ਕਰ ਗਏ, ਤਾਂ ਉਹ ਜਦੋਂ ਇਵੈਪੋਰੇਟਰ ਦੇ ਵਿੱਚ ਜਾ ਕੇ ਲੇਟੈਂਟ ਹੀਟ ਨੂੰ ਅਬਜ਼ੌਰਬ ਕਰਨ ਦੀ ਕੋਸ਼ਿਸ਼ ਕਰਨਗੇ ਉੱਥੋਂ ਦੀ, ਤਾਂ ਉਹ 100% ਲਈ ਇਫੈਕਟ ਨਹੀਂ ਕਰੂਗਾ ਸਿਸਟਮ ਨੂੰ। ਸੋ ਇਸ ਕਰਕੇ ਅਸੀਂ ਇਸ ਜਗ੍ਹਾ ਤੇ ਲਗਾਤਾ ਫਲੈਸ਼ ਚੈਂਬਰਸ। ਕਿ ਫਲੈਸ਼ ਚੈਂਬਰ ਕੀ ਕਰ ਰਿਹਾ, ਹੁਣ ਇੱਥੇ ਫਿਰ ਸੈਪਰੇਸ਼ਨ ਦਾ ਹੀ ਕੰਮ ਹੋ ਰਿਹਾ ਕਿ ਜਿਹੜੇ ਫਲੈਸ਼ਿਸ ਨੇ ਉਹਨਾਂ ਨੂੰ ਅਸੀਂ ਰਿਮੂਵ ਕਰਕੇ ਸਿੱਧਾ ਹੀ ਬਾਈਪਾਸ ਕਰਕੇ ਵੇਪਰਸ ਫਾਰਮ ਦੇ ਵਿੱਚ ਜਿਹੜਾ ਹੀ ਰੈਫਰੀਜਰੈਂਟ ਇਸ ਜਗ੍ਹਾ ਤੇ ਸਾਨੂੰ ਮਿਲਿਆ ਉਸ ਨੂੰ ਫਿਲਟਰ ਕਰਕੇ ਉਸਨੇ ਸਿੱਧਾ ਬਾਈਪਾਸ ਕਰਤਾ ਕੰਪਰੈਸਰ ਦੇ ਉੱਤੇ, ਔਰ ਜੋ ਲਿਕੁਇਡ ਪਾਰਟੀਕਲ ਸਾਡੇ ਕੋਲ ਬਚੇ ਉਹਨਾਂ ਨੂੰ ਹੀ ਅੱਗੇ ਪਾਸ ਕਰ ਰਿਹਾ ਔਨ ਦਾ ਇਵੈਪੋਰੇਟਰ। ਸੋ ਇਸੇ ਤਰੀਕੇ ਦੇ ਨਾਲ ਹੀ ਸਾਡੇ ਜਿਹੜੇ ਦੋਨੋਂ ਕੰਪੋਨੈਂਟਸ ਨੇ ਫਲੈਸ਼ ਚੈਂਬਰ ਐਂਡ ਐਕੂਮੂਲੇਟਰ 100% ਐਫੀਸ਼ੀਐਂਸੀ ਨੂੰ ਵਧਾਉਣ ਦੇ ਲਈ, COP ਨੂੰ ਵਧਾਉਣ ਦੇ ਲਈ ਕੰਮ ਕਰ ਰਹੇ ਹਨ। ਹੋਪਫੁਲੀ ਤੁਹਾਨੂੰ ਇਹ ਵੀਡੀਓ ਵਧੀਆ ਲੱਗੇਗਾ। ਅਗਰ ਇਹ ਵੀਡੀਓ ਤੁਹਾਡੇ ਲਈ ਨੌਲੇਜੇਬਲ ਹੋਇਆ ਤਾਂ ਲਾਈਕ ਔਰ ਸ਼ੇਅਰ ਜ਼ਰੂਰ ਕਰਿਓ। ਓਕੇ ਜੀ, ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ ਜੀ।